सत श्री अकाल जी, तुसीं वेख रहे हो पीबीसी न्यूज़ ते तुहाडे नाल हां सिमरन हंस। जिवें कि असीं जाणदे हां कि चोणां नज़दीक आ रहीआं ने ते इस सब दे चलदे ਵੱਖ-ਵੱਖ जथेबंदियां दे वल्लों ਵੱਖ-ਵੱਖ यूनीयनां दे वल्लों अपणीਆਂ मंगां सरकार तो मनवाउण लई रोस प्रदर्शन ते धरने कीते जा रहे ने तां जो उन्हां दीआं मंगां चोण ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਮੰਨ ਲਈਆਂ ਜਾਣ ਤੇ ਸਰਕਾਰ ਦੇ ਕੰਨਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚ ਜਾਵੇ। ਇਸੇ ਸਭ ਦੇ ਚਲਦੇ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਧਰਨਾ प्रदर्शन किया गया। यह धरना प्रदर्शन खरड़ विखे किया गया ते सरदार सीएम चन्नी दी रिहाइश के नज़दीक किया गया। इस धरने कारण रोड ब्लॉक किया गया, उत्थे जाम लगा दिता गया ते इस धरने दे विच सरकार के खिलाफ जबरदस्त नारेबाजी भी की गई ते मंगां ना मन्नियां जाण ते संघर्ष नूं तिखा करन दी गल भी आखी गई। होर की कहा इन्हां ने, आओ वेखदे हां इस ते पीबीसी दी एक खास रिपोर्ट। लंबे समय तो कर रहे हैं, लंबे समय तो इत्थे जिहड़ी जॉब है वो कर रहे हैं, तो उन्होंने जिहड़ियां मंगां ने वो जाणांगे ते पुछांगे भी अज इस धरने का मुख कारण जिहड़ा है वो की रहा है। ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੀ ਆਵਾਜ਼ ਪਹੁੰਚਾ ਰਹੇ ਨੇ ਪੂਰੇ ਪੰਜਾਬ 'ਚ। ਔਰ ਸਾਡਾ ਮੁੱਖ ਕਾਰਨ ਇਹ ਹੀ ਆ, ਕੋਈ ਵੱਡਾ ਕਾਰਨ ਨਹੀਂ ਹੈਗਾ। ਸਾਡਾ ਟਰਾਂਸਪੋਰਟ ਮੰਤਰੀ ਨੂੰ ਪਤਾ ਵਾ ਕਿ ਸਾਡੀ ਲਾਭਵੰਦ ਆ। ਇੱਕ ਉਹਨਾਂ ਨੇ ਆਪ ਮੰਨਿਆ ਵਾ ਕਿ ਅਸੀਂ 1 ਕਰੋੜ ਪਲੱਸ ਉਹਨਾਂ ਨੂੰ ਮੁਨਾਫਾ ਦੇ ਰਹੇ ਹਾਂ, ਪੰਜਾਬ ਰੋਡ ਤੇ ਪੀਆਰਟੀਸੀ ਵਾਲੇ ਪਨ ਬੱਸ ਵਾਲੇ। ਔਰ ਅਸੀਂ ਤੇ ਇਹ ਹੀ ਮੰਗਦੇ ਆ ਕਿ ਸਾਡਾ ਰੁਜ਼ਗਾਰ ਜਿਹੜਾ ਪੱਕਾ ਕੀਤਾ ਜਾਏ। ਔਰ ਪਬਲਿਕ 2 ਕਰੋੜ ਹੈਗੀ ਸਾਡੀ ਪਬਲਿਕ, ਉਹਨਾਂ ਨੂੰ 10,000 ਗੱਡੀ ਚਾਹੀਦੀ ਆ, ਕਿਉਂਕਿ ਸਾਡੇ ਜਿਹੜਾ ਸਫ਼ਰ ਸਹੂਲਤ ਫ੍ਰੀ ਕਰਤੀ ਆ। ਅਸੀਂ ਉਹਨਾਂ ਦਾ ਸਵਾਗਤ ਕੀਤਾ, ਬਹੁਤ ਵਧੀਆ ਕੀਤਾ ਉਹਨਾਂ ਨੇ। ਪਰ ਕਾਰਨ ਇਹ ਆ ਕਿ ਸਾਡਾ ਡਰਾਈਵਰ ਕਨੈਕਟਰ ਦੀ ਨਿੱਤ ਲੜਾਈ ਹੁੰਦੀ ਆ। ਕਾਰਨ ਇਹ ਆ ਕਿ ਗੱਡੀਆਂ ਘੱਟ ਆ। ਸਾਡਾ ਕਾਊਂਟਰ ਦੇ ਉੱਤੇ ਹੀ ਗੱਡੀ ਲੱਗੀ ਜਿਹੜੀ ਭਰ ਜਾਂਦੀ ਆ। ਉਹਦੇ ਵਿੱਚ ਸਾਨੂੰ ਚਾਹੀਦੀ ਆ ਕਿ ਰਸਤੇ ਦੇ ਵਿੱਚ ਸਵਾਰੀਆਂ ਜੋ ਚੱਕਣੀਆਂ ਹੁੰਦੀਆਂ ਵਾ, ਜਿਨ੍ਹਾਂ ਡਿਊਟੀਆਂ ਤੇ ਜਾਣਾ ਹੁੰਦਾ ਵਾ, ਉੱਥੇ ਅਸੀਂ ਗੱਡੀ ਨਹੀਂ ਰੋਕ ਸਕਦੇ, ਕਿਉਂਕਿ ਪਹਿਲਾਂ ਹੀ ਸਾਡੀ ਗੱਡੀ ਜਿਹੜੀ ਆ ਓਵਰਲੋਡ ਹੋਈ ਜਾਂਦੀ ਆ। ਇਹ ਕਰਕੇ ਅਸੀਂ ਸਰਕਾਰ ਨੂੰ ਕਿਹਾ ਵਾ ਕਿ ਸਾਡੀ 2 ਕਰੋੜ ਦੀ ਆਬਾਦੀ ਆ, ਸਾਨੂੰ 10,000 ਗੱਡੀ ਚਾਹੀਦੀ ਆ, ਕਿਉਂਕਿ ਇਹਨਾਂ ਮੰਨਿਆ ਵਾ ਇੰਨੀਆਂ ਕੁ ਗੱਡੀਆਂ ਕੀਤੀਆਂ ਵਾ ਤੇ ਅਸੀਂ 1 ਕਰੋੜ ਪਲੱਸ ਮੁਨਾਫਾ ਦੇ ਰਹੇ ਆ। ਕਿਉਂਕਿ ਜੇ ਸਾਨੂੰ ਪੱਕੇ ਕਰਦੇ ਆ 82 ਕਰੋੜ ਰੁਪਈਆ ਫੇਰ ਵੀ ਇਹਨਾਂ ਨੂੰ ਬਚਦਾ ਵਾ। ਇਹ ਕਰਕੇ ਅਸੀਂ ਤੇ ਕਹਿੰਦੇ ਆ ਕਿ ਮੁਨਾਫੇ ਵਾਲਾ ਵਾ, ਕੋਈ ਇੱਕ ਗੱਡੀ ਦੇ ਮਗਰ 7 ਬੰਦੇ ਐਡਜਸਟ ਹੁੰਦੇ ਆ ਕਿ ਕਿੰਨੀ ਸਾਡੀ ਬੇਰੁਜ਼ਗਾਰੀ ਖਤਮ ਹੁੰਦੀ ਆ। ਇਹ ਕਰਕੇ ਮੁਨਾਫੇ ਵਾਲਾ ਸੌਦਾ ਤੇ ਸਾਨੂੰ ਪੱਕਿਆਂ ਵੀ ਕਰੇ ਤੇ ਸਰਕਾਰ ਪਬਲਿਕ ਜੋ ਹਿਸਾਬ ਦੇ ਨਾਲ ਗੱਡੀਆਂ ਵੀ ਪਾਏ। ਇੰਨਾ ਕੁ ਸਾਡਾ ਮਸਲਾ ਹੈ। ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਤੁਹਾਡੀਆਂ ਕਿੰਨੀਆਂ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਸਰਕਾਰ ਦੇ ਨੁਮਾਇੰਦਿਆਂ ਨਾਲ ਹੋ ਚੁੱਕੀਆਂ ਨੇ ਤੇ ਕੀ ਆਸ਼ਵਾਸਨ ਦਿੱਤਾ ਤੇ ਹੁਣ ਦੇ ਜਿਹੜੇ ਧਰਨੇ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਲਈ ਆਇਆ ਸਰਕਾਰ ਦੇ ਵੱਲੋਂ? ਵੇਖੋ, ਮੀਟਿੰਗਾਂ ਤੇ ਸਾਡੀਆਂ ਬੜੀਆਂ ਹੋਈਆਂ ਵਾ। ਇੱਕ ਕੈਪਟਨ ਤੇ ਸੰਦੀਪ ਸੰਧੂ ਨੇ ਸਾਡੀ ਮੀਟਿੰਗ ਹੋਈ ਸੀ, ਉਹਦੇ ਵਿੱਚ ਸਾਡੀ ਗੱਲਬਾਤ ਹੋਈ ਕਿ 30% ਤੁਹਾਡਾ ਵਾਧਾ ਤੇ 5% ਤੁਹਾਡਾ ਸਾਲ ਦਾ ਸਾਲਾਨਾ ਵਾਧਾ ਦਾਂਗੇ ਤੇ 10 ਦਿਨ ਵਿੱਚ ਤੁਹਾਨੂੰ ਪੱਕਿਆ ਕਰਾਂਗੇ। ਉਹਦੇ ਵਿੱਚ ਸਾਡੀ ਸਾਰੀ ਗੱਲ ਰਜਿਸਟ ਹੋ ਗਿਆ, ਸਾਰਾ ਸਿਸਟਮ ਕਿ ਕਿੱਦਾਂ ਤੁਸੀਂ ਭਰਤੀ ਹੋਏ ਹੋ, ਸਾਰੇ ਕਾਗਜ਼ ਚੈੱਕ ਕੀਤੇ ਉਹਨਾਂ, ਕਿ ਐਡ ਇਹਨਾਂ ਨੇ ਦਿੱਤੀ, ਸਾਡੀਆਂ ਟ੍ਰੇਨਿੰਗਾਂ ਲੱਗੀਆਂ, ਸਭ ਕੁਝ ਉਹਨਾਂ ਨੇ ਮੰਨਿਆ ਸੀ। ਉਹਨਾਂ ਨੂੰ ਸਾਰਾ ਹੀ ਪਤਾ ਵਾ। OSD ਆ, ਅਜੇ ਵੀ OSD ਆ ਆਪਣੇ। ਉਹ ਅਜੇ ਅਸੀਂ ਉਹਨਾਂ ਨੂੰ ਸਾਰਾ ਇਸ ਗੱਲ ਦਾ ਪਤਾ ਸੀ। ਫਿਰ ਸਾਡੀ 6 ਤਰੀਕ ਨੂੰ ਮੀਟਿੰਗ ਜਿਹੜੀ ਆ ਟਰਾਂਸਪੋਰਟ ਮੰਤਰੀ ਨਾਲ ਹੋਈ। ਉਹਨਾਂ ਨੇ ਕਹਿੰਦਾ ਕਿ 20 ਦਿਨ ਬਾਅਦ ਤੁਹਾਨੂੰ ਅਸੀਂ ਪੱਕਾ ਕਰ ਦਾਂਗੇ। ਅਸੀਂ ਫਿਰ ਚਲੋ ਠੀਕ ਆ। ਫਿਰ 12 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਗਈ, ਉਹਨਾਂ ਨੇ ਕਿਹਾ 20 ਦਿਨ ਉਹਨਾਂ ਨੇ ਲੈ ਲਏ। ਫਿਰ 22 ਤਰੀਕ ਨੂੰ ਟਰਾਂਸਪੋਰਟ ਮੰਤਰੀ ਔਰ PRTC ਦਾ MD ਔਰ ਪੰਜਾਬ ਰੋਡ ਪਨ ਬੱਸ ਦਾ MD ਤੇ ਪ੍ਰਮੁੱਖ ਸਕੱਤਰ ਸਾਡਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਪੱਕਿਆ ਕਰ ਦਿੰਦੇ ਆ। ਉਹਦੇ ਵਿੱਚ 1 ਤਰੀਕ ਨੂੰ ਕੈਬਨਿਟ ਹੋਈ, ਉਹਦੇ ਵਿੱਚ ਕੋਈ ਨਹੀਂ ਵਿਚਾਰਿਆ ਗਿਆ ਸਾਡਾ। ਫਿਰ ਸਾਡੀ ਜਿਹੜੀ ਆ 9 ਤਰੀਕ ਨੂੰ ਕੈਬਨਿਟ ਹੋਈ, ਉਹਦੇ 'ਚ ਕੁਝ ਨਹੀਂ ਵਿਚਾਰਿਆ ਗਿਆ। ਫਿਰ 14 ਤਰੀਕ ਨੂੰ ਕੱਲ੍ਹ ਹੋਈ, ਉਹਦੇ 'ਚ ਸਾਡਾ ਕੁਝ ਨਹੀਂ ਵਿਚਾਰਿਆ ਗਿਆ, ਕਿਉਂਕਿ ਕਿਤੇ ਨਾ ਕਿਤੇ ਕਰ ਰਹੇ ਆ ਤੁਹਾਡੀ ਫਾਈਲ 'ਤੇ ਕੋਈ ਸਾਈਨ ਨਹੀਂ ਹੋਏ ਤੁਹਾਡੇ। ਇੱਦਾਂ ਮਤਲਬ ਕਿ ਸਾਨੂੰ ਡਰ ਸਤਾ ਰਿਹਾ ਵਾ ਕਿ ਗਾੜੀ ਰਹਿ ਗਿਆ, ਚੋਣ ਜ਼ਾਬਤਾ ਲੱਗਣ ਵਾਲਾ ਰਹਿ ਗਿਆ ਤੇ ਸਾਡਾ ਮਸਲਾ ਹੱਲ ਕਿਦੋਂ ਕਰਨਾ। ਅਸੀਂ ਤੇ ਸਾਡਾ ਇਹ ਆ ਕਿ ਸਾਡਾ ਇੱਕ ਸ਼ੌਂਕ ਨਹੀਂ ਹੈਗਾ ਪਬਲਿਕ ਨੂੰ ਖਰਾਬ ਕਰਕੇ। ਅਸੀਂ ਪਬਲਿਕ ਦੇ ਵਿੱਚੋਂ ਹੀ ਆ। ਅਸੀਂ ਪੰਜਾਬ ਦੇ ਜਿੰਨੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ, ਕੋਈ ਇਹ ਨਹੀਂ ਆ ਕਿ ਅਸੀਂ ਖਰਾਬ ਕਰਨਾ ਚਾਹੁੰਦੇ ਆ। ਅੱਜ ਜੇ ਅਸੀਂ ਆਵਾਜ਼ ਨਾ ਉਠਾਈਏ ਤੇ ਸਾਰਾ ਠੇਕੇ ਤੇ ਕਰਦੇ ਲੱਗੇ ਸਿਸਟਮ ਸਾਰਾ। ਇਹ ਤਾਂ ਸਾਡੀ ਮਜਬੂਰੀ ਬਣ ਚੁੱਕੀ ਆ ਕਿ ਇੱਕ ਯੂਨੀਅਨ ਨਾਲ ਖੜੀਆਂ ਕਰਨੀਆਂ ਪੈ ਰਹੀਆਂ ਸਾਨੂੰ ਤੇ ਸਾਡਾ ਜਿਹੜਾ ਮਸਲਾ ਵਾ ਸਾਨੂੰ ਆਵਾਜ਼ ਉਠਾਉਣੀ ਪੈਂਦੀ ਆ ਕਿ ਜਿੰਨਾ ਚਿਰ ਸਾਡੇ ਅਸੀਂ 1 ਮਹੀਨਾ ਪਹਿਲਾਂ ਨੋਟਿਸ ਦਿੰਦੇ ਇਹਨਾਂ ਨੂੰ, ਸਾਨੂੰ ਕਿਸੇ ਨੂੰ ਕੋਈ ਬੁਲਾ ਕੇ ਨਹੀਂ ਰਾਜੀ। ਇਹ ਕਰਕੇ ਇਹ ਮੁੱਖ ਮੰਤਰੀ ਨੂੰ ਸਾਡੀ ਵਕਾਲਤ ਕਰਦੇ ਆ ਜਾਂ ਟਰਾਂਸਪੋਰਟ ਮੰਤਰੀ ਕਰਦੇ ਆ। ਇਹਨਾਂ ਨੂੰ ਚਾਹੀਦਾ ਵਾ
ਕਿ ਜਿੰਨਾ ਚਿਰ ਅਸੀਂ ਬੰਦ ਨਾ ਕਰੀਏ ਕੁਛ, ਸਾਨੂੰ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਇਹ ਕਰਕੇ ਅਸੀਂ ਕਹਿੰਦੇ ਆ ਕਿ ਪਬਲਿਕ ਨੂੰ ਵੀ ਨਹੀਂ ਖਰਾਬ ਕਰਨਾ ਚਾਹੀਦਾ ਤੇ ਨਾ ਸਾਨੂੰ ਖਰਾਬ ਕਰੇ। ਇਹ ਕਰਕੇ ਸਾਨੂੰ ਪੱਕਿਆ ਕਰੇ, ਜੋ ਸਾਡਾ ਵਾਅਦੇ ਕੀਤੇ ਆ ਉਹ ਸਾਡੇ ਨਾਲ ਪੱਕਿਆ ਕਰੇ। ਸਾਡਾ ਇੰਨਾ ਜੇਕਰ ਹੁਣ ਵੀ ਅੱਜ ਵੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕੀ ਤੁਹਾਡਾ ਸਟੈਪ ਰਹੇਗਾ ਤੇ ਇਹ ਜਿਹੜਾ ਧਰਨਾ ਖੋਲਣ ਦੀ ਸ਼ਰਤ ਕੀ ਰੱਖੀ ਗਈ ਹੈ? ਵੇਖੋ ਜੀ, ਪਹਿਲੀ ਤੇ ਗੱਲ ਇਹ ਆ ਕਿ ਸਾਡੇ ਵਰਕਰ ਇੱਥੇ 7000 ਆ ਗਿਆ ਵਾ ਔਰ ਸਾਡੇ ਵਰਕਰ ਔਰ ਪਿੱਛੋਂ ਆ ਰਹੇ ਆ। ਫਿਰ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਟੂਲ ਪਲਾਜ਼ਿਆਂ ਦੇ ਉੱਤੇ ਮੁੱਖ ਉਹਨਾਂ ਨਾਲ ਸਾਡੀ ਗੱਲ ਹੋਈ ਆ। ਅੱਜ ਟੂਲ ਪਲਾਜ਼ਿਆਂ ਤੋਂ ਉਹਨਾਂ ਨੂੰ ਘਰ ਖੜ ਛੱਡਣ ਜਾ ਰਹੇ ਆ। ਕੱਲ੍ਹ ਦੇ ਤੋਂ ਫਿਰ ਸਾਰੀਆਂ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ, ਕਿਉਂਕਿ ਸਾਡੇ ਵਿੱਚੋਂ ਹੀ ਆ, ਅਸੀਂ ਪਰਿਵਾਰ ਸਾਰੇ ਕਿਸਾਨ ਜਥੇਬੰਦੀਆਂ ਦੇ ਆ, ਫਿਰ ਉਹ ਸਾਡੇ ਵੱਲੋਂ ਇੱਥੇ ਆਉਣਗੇ। ਫਿਰ ਹੋਰ ਸਾਡਾ ਅਸੀਂ ਤੇ ਇਹ ਕਹਿ ਰਹੇ ਹਾਂ, ਅਸੀਂ ਸ਼ਾਂਤਮਈ ਅਰੇ ਕਰ ਰਹੇ ਹਾਂ ਕਿ ਸ਼ਾਂਤਮਈ ਕਰ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਬੁਲਾ ਕੇ ਸਾਡਾ ਮਸਲਾ ਹੱਲ ਕਰੇ। ਕੋਈ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਧਰਨਾ ਲਾਈਏ। ਇਹ ਤੇ ਮੁੱਖ ਮੰਤਰੀ ਨੇ ਵੇਖਣਾ, ਟਰਾਂਸਪੋਰਟ ਮੰਤਰੀ ਨੇ ਵੇਖਣਾ ਕਿੰਨਾ ਚਿਰ ਸਾਡਾ ਧਰਨਾ ਲਵਾਉਣਾ। ਜਿੰਨਾ ਚਿਰ ਸਾਡਾ ਮਸਲਾ ਨਹੀਂ ਹੁੰਦਾ, ਇਹ ਧਰਨਾ ਇਦਾਂ ਜਾਰੀ ਰਹੂਗਾ। ਜਿਵੇਂ ਕਿ ਅਸੀਂ ਜਾਣਦੇ ਕਿ ਗਾਂ ਚੋਣ ਜ਼ਾਬਤਾ ਵੀ ਲੱਗਣ ਵਾਲਾ ਹੈ ਕੁਝ ਦਿਨ ਤੱਕ, ਤੁਹਾਨੂੰ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਤੁਹਾਡੀ ਸੁਣਵਾਈ ਹੋ ਜਾਏਗੀ? ਕਿਉਂਕਿ ਟੀਚਰ ਵੀ ਬੈਠੇ ਨੇ, ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਵੱਖ-ਵੱਖ ਜਥੇਬੰਦੀਆਂ, ਹੈਲਥ ਵਰਕਰ ਧਰਨੇ ਤੇ ਬੈਠੇ ਹੋਏ ਨੇ। ਵੇਖੋ ਜੀ, ਅਸੀਂ ਜਿਹੜਾ ਮਸਲਾ ਹੱਲ ਕਰਾਉਣਾ ਆ, ਕਿਉਂਕਿ ਇਹ ਕੈਪਟਨ ਸਰਕਾਰ ਨੇ ਵੀ ਸਹੁੰ ਖਾਧੀ ਸੀ ਤੇ ਇਹਨਾਂ ਨੇ ਵੀ ਆਣ ਕੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਇਹ ਜਿਹੜੇ ਆਊਟਸੋਰਸ ਤੇ ਰੱਖੇ ਆ, ਠੇਕੇ ਤੇ ਰੱਖੇ ਆ, ਇਹਨਾਂ ਤੇ ਤਲਵਾਰ ਲਟਕਦੀ ਰਹਿੰਦੀ ਆ। ਮੈਂ ਆਉਂਦਿਆਂ ਸਾਰੀ ਇਹਨਾਂ ਨੂੰ ਮੈਂ ਸਾਰਿਆਂ ਨੂੰ ਪੱਕੇ ਕਰ ਦੂੰਗਾ। ਜਾਂ 2014 ਦੇ ਵਿੱਚ ਸਾਡੀ ਯੂਨੀਵਰਸਿਟੀ ਟੈਸਟ ਲੈ ਕੇ ਇਹਨਾਂ ਬੰਦੇ ਰੱਖੇ ਆ, ਉਹਨਾਂ ਦਾ ਵੀ ਕੋਈ ਕਾਨੂੰਨ ਨਹੀਂ ਬਣਾਇਆ ਇਹਨਾਂ ਨੇ। ਅਸੀਂ ਤੇ ਕਹਿੰਦੇ ਆ ਕਿ ਸਾਡਾ ਪ੍ਰੋਪਰਲੀ ਹੋਣ ਹੀ, ਸਾਡੇ 15 ਸਾਲ ਹੋ ਗਏ ਆ, ਪ੍ਰੋਪਰ ਚੈਨਲ ਲਈ ਹੋਣ ਹੀ ਸਾਨੂੰ ਕਰ ਦਿਓ। ਅਸੀਂ ਕੋਈ ਵੱਧ ਕੀ ਮੰਗ ਰਹੇ ਆ? ਅਸੀਂ ਤੇ ਇਹਨਾਂ ਨੂੰ ਇੰਨਾ ਹੀ ਮੰਗ ਰਹੇ ਆ ਕਿ ਪ੍ਰੋਪਰ ਚੈਨਲ ਲਈ ਸਾਨੂੰ ਅਜੇ ਵੀ ਕਰੋ। ਅਸੀਂ ਕੋਈ ਸਾਡੀ ਜਿਹੜੀ ਕੋਈ ਹੁਣ ਸਾਡਾ ਇੱਕ ਵਰਕਰ ਆ, ਉਹ ਕਹਿੰਦਾ ਮੇਰੇ 16 ਦਿਨ ਰਿਟਾਇਰ ਹੋਣ 'ਚ ਰਹਿ ਗਏ ਆ। ਇੱਥੇ ਉਹ ਧਰਨੇ 'ਤੇ ਆਇਆ ਵਾ 16 ਦਿਨ। ਇੱਦਾਂ ਹੀ ਠੇਕੇਦਾਰੀ ਸਿਸਟਮ 'ਤੇ ਅਸੀਂ ਨੌਕਰੀ ਕਰਕੇ ਚੱਲੇ ਆ। ਪਨ ਬੱਸੇ ਜਿੰਨੀਆਂ ਵੀ ਆ ਇਹ ਫ੍ਰੀ ਕਰਦੇ ਆ। ਇਹ ਜਿੰਨੇ ਵਰਕਰ ਇਹਨਾਂ ਫ੍ਰੀ ਕੀਤੀਆਂ, ਪਰ ਪਨ ਬੱਸ ਦਾ PRTC ਦਾ ਵਰਕਰ ਕੋਈ ਜਿਹੜਾ ਵਾ ਉਹਨਾਂ ਵਿੱਚ ਪੱਕਾ ਨਹੀਂ ਕੀਤਾ ਜਾਂਦਾ। ਸਾਡਾ ਮਸਲਾ ਇਹ ਆ, ਜੇ ਸਰਕਾਰਾਂ ਵਧੀਆ ਸਾਡੇ ਲਈ ਕਾਨੂੰਨ ਲੈ ਕੇ ਆਉਣ, ਸਾਨੂੰ ਕੋਈ ਲੋੜ ਨਹੀਂ, ਸਾਡਾ ਸ਼ੌਂਕ ਨਹੀਂ ਹੈਗਾ ਧਰਨੇ 'ਚ ਬਹਿਣ ਦਾ। ਇਹ ਤੇ ਸਰਕਾਰਾਂ ਨੇ ਵੇਖਣਾ ਵਾ ਕੀ ਕਰਨਾ, ਹੁਣ ਧਰਨਾ ਲਵਾਉਣਾ ਵਾ ਜਾਂ ਚੁੱਕਣਾ ਵਾ। ਅਸੀਂ ਇਹਨਾਂ ਨੂੰ ਕਹਿ ਦਿੱਤਾ, ਡਿਪਟੀ ਸਾਹਿਬ ਨਾਲ ਸਾਡੀ ਗੱਲ ਹੋ ਗਈ ਆ, ਜੇ ਤੇ ਉਹ ਸਾਨੂੰ ਕੋਈ ਆਖਣਗੇ ਮੀਟਿੰਗ ਵਾਸਤੇ ਜਾਵਾਂਗੇ, ਨਹੀਂ ਤੇ ਹੋ ਸਕਦਾ ਤੁਹਾਡਾ ਪੁਲ ਬੰਦ ਹੀ ਹੁਣ, ਤੇ ਫਿਰ ਸਾਨੂੰ ਉਧਰ ਨੂੰ ਕੋਠੀ ਵੱਲ ਨੂੰ ਤੁਰਨਾ ਪਊਗਾ। ਅਗਲੀ ਖਬਰ ਵੱਲ ਵਧਦੇ ਹਾਂ ਤੇ ਆਸ਼ਾ ਵਰਕਰਾਂ ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ, ਜਿੱਥੇ ਕਿ ਲੁਧਿਆਣਾ ਚੰਡੀਗੜ੍ਹ ਹਾਈਵੇ ਬਲੌਕ ਕਰ ਦਿੱਤਾ ਗਿਆ। ਇਸ ਜਾਮ ਦੇ ਵਿੱਚ ਆਸ਼ਾ ਵਰਕਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਉੱਥੇ ਹੀ ਆਸ਼ਾ ਵਰਕਰਾਂ ਨੇ ਮੰਗ ਕੀਤੀ ਕਿ ਜਿਹੜਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾਂਦਾ ਹੈ ਬਹੁਤ ਹੀ ਘੱਟ ਹੈ, ਉਸ ਨੂੰ ਵਧਾਇਆ ਜਾਵੇ। ਕੀ ਨਾਮ ਹੈ ਮੈਡਮ ਤੁਹਾਡਾ ਤੇ ਕਿੱਥੋਂ? ਮੇਰਾ ਨਾਮ ਕਿਰਨਦੀਪ ਕੌਰ ਪੰਜੋਲਾ, ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ। ਤੇ ਕੀ ਮੰਗਾ ਹੈ ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀਆਂ, ਅੱਜ ਦੇ ਇਸ ਰੋਡ ਜਾਮ ਦਾ ਕੀ ਕਾਰਨ ਹੈ ਜੀ? ਦੇਖੋ ਜੀ, ਅਸੀਂ 2008 ਤੋਂ ਸਿਹਤ ਮਹਿਕਮੇ ਦੇ ਵਿੱਚ ਲਗਾਤਾਰ ਜਿਹੜਾ ਆਪਣਾ ਕੰਮ ਕਰ ਰਹੀਆਂ ਤੇ ਕਰੋਨਾ ਮਿਸ਼ਨ ਫਤਿਹ ਕਰਕੇ ਅਸੀਂ ਕੈਪਟਨ ਸਰਕਾਰ ਦੀ ਝੋਲੀ ਦੇ ਵਿੱਚ ਪਾਇਆ। ਅਸੀਂ ਉਹ ਕਰੋਨਾ ਯੋਧੇ ਆ ਜਿਹੜੇ ਸਿਰਫ ਬਿਨਾਂ ਤਨਖਾਹਾਂ ਤੋਂ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਸਿਹਤ ਮਹਿਕਮੇ ਦੇ ਵਿੱਚ। ਤੇ ਹੁਣ ਕੀ ਮੰਗ ਤੁਹਾਡੀ ਸਰਕਾਰ ਦੇ ਕੋਲੋਂ ਹੈ ਤੇ ਕੀ ਉਹਨਾਂ ਨਾਲ ਗੱਲਬਾਤ ਕੋਈ ਹੋਈ ਹੈ ਤੁਹਾਡੀ ਹਾਲੇ ਤੱਕ? ਦੇਖੋ, ਅਸੀਂ ਲਗਾਤਾਰ ਸਟ੍ਰਾਈਕ ਤੇ ਆ, ਸਾਡੇ ਕੰਮ ਛੱਡੇ ਹੋਏ ਨੇ 17 ਤਰੀਕ ਤੋਂ, ਤੇ ਖਰੜ ਦੀਆਂ ਧਰਤੀ ਦੇ ਉੱਪਰ ਅਸੀਂ ਰੋਜ਼ ਚੌਕੀਦਾਰੇ ਵਾਂਗ ਪੂਰੇ ਬਾਜ਼ਾਰ ਦੇ ਵਿੱਚ ਰੋਸ ਰੈਲੀ ਕਰਦੇ ਆ ਤੇ ਸਰਕਾਰ ਨੂੰ ਜਗਾਉਂਦੇ ਆ ਤਾਂ ਕਿ ਸਰਕਾਰ ਹੈ ਜਿਹੜੀ ਸਾਨੂੰ ਗੁਆਂਢੀ ਸੂਬੇ ਦੀ ਤਰ੍ਹਾਂ ਹਰਿਆਣਾ ਪੈਟਰਨ ਦੇ ਦੇਵੇ, ਕਿਉਂਕਿ ਅਸੀਂ ਮਿਨੀਮਮ ਵੇਜ ਮੰਗਦੇ ਆ ਸਰਕਾਰ ਤੋਂ ਤੇ ਸਰਕਾਰ ਨੇ ਸਾਨੂੰ ਸਾਫ਼ ਇਨਕਾਰ ਕਰਕੇ ਇਹ ਕਿਹਾ ਕਿ ਆਪਣੇ ਕੋਲ ਮਿਨੀਮਮ ਵੇਜ ਦੇਣ ਦੇ ਲਈ ਖਜ਼ਾਨਾ ਖਾਲੀ ਹੈ। ਅਸੀਂ ਕਿਹਾ ਜੇਕਰ ਤੁਹਾਡੇ ਕੋਲ ਮਿਨੀ ਵੇਜ ਨਹੀਂ ਦਿੱਤਾ ਜਾਂਦਾ ਤਾਂ ਸਾਨੂੰ ਜਿਵੇਂ ਗੁਆਂਢੀ ਸੂਬਾ ਹਰਿਆਣਾ ਪੈਟਰਨ ਦੇ ਰਿਹਾ ਉਹ ਸਾਡਾ ਫਿਕਸ ਮਾਣ ਭੱਤਾ ਆਸ਼ਾ ਵਰਕਰ ਤੇ ਫੈਸੀਲੇਟਰ ਦਾ ਕੀਤਾ ਜਾਵੇ। ਹੁਣ ਇਸ ਵੇਲੇ ਜਿਹੜੀਆਂ ਆਸ਼ਾ ਵਰਕਰਾਂ ਨੂੰ ਜਿਹੜਾ ਭੱਤਾ ਵਾ ਜਾਂ ਜਿਹੜਾ ਤੁਸੀਂ ਕਹਿੰਦੇ ਬੇਸਿਕ ਪੇ ਕਿੰਨੀ ਮਿਲਦੀ ਹੈ ਤੇ ਕਿੰਨੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ? ਦੇਖੋ ਜੀ, ਬਿਲਕੁਲ ਸਾਨੂੰ ਨਿਗੂਣੇ ਜੇ ਇਨਸੈਂਟਿਵ ਤੇ ਸਾਡੀ ਆਸ਼ਾ ਵਰਕਰ ਨੂੰ ਰੱਖਿਆ ਹੋਇਆ। ਜੇ ਮੈਂ ਇਨਸੈਂਟਿਵ ਦੀ ਗੱਲ ਕਰਾਂ ਤੇ ਤੁਹਾਨੂੰ ਇੱਕ ਇਹ ਲੱਗੂਗਾ ਕਿ ਬਹੁਤ ਜ਼ਿਆਦਾ ਸਾਡੇ ਨਾਲ ਅਤਿਆਚਾਰ ਹੋ ਰਿਹਾ, ਕਿਉਂਕਿ ਆਇਓਡੀਨ ਸਾਡੇ ਕੋਲੋਂ 50 ਪੈਸੇ ਦੇ ਵਿੱਚ ਚੈੱਕ ਕਰਾਇਆ ਜਾਂਦਾ ਤੇ ORS ਹੈ ਜਿਹੜਾ ਉਹ 1 ਰੁਪਏ ਦੇ ਵਿੱਚ ਵੰਡਾਇਆ ਜਾਂਦਾ। ਇਸ ਤਰ੍ਹਾਂ ਦੇ ਨਿਗੂਣੇ ਜਿਹੜੇ ਇਨਸੈਂਟਿਵ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ। ਅਸੀਂ ਕੋਈ ਬਹੁਤ ਵੱਡੀ ਮੰਗ ਨਹੀਂ ਮੰਗ ਲਈ ਸਰਕਾਰ ਤੋਂ, ਕਿਉਂਕਿ ਮਿਨੀਮਮ ਵੇਜ ਨੂੰ ਸਰਕਾਰ ਦੇ ਹੱਥ ਖੜੇ ਨੇ ਤੇ ਅਸੀਂ ਸਿਰਫ ਤੇ ਸਿਰਫ 4-5 ਹਜ਼ਾਰ ਰੁਪਇਆ ਫਿਕਸ ਜੋ ਗੁਆਂਢੀ ਸੂਬਾ ਦੇ ਰਿਹਾ। ਹਰਿਆਣੇ ਵਰਗਾ ਸਾਡਾ ਵੀ ਉਪਜਾਊ ਦੇਸ਼ ਹੈ, ਇਹ ਸਟੇਟ ਹੈ, ਤੇ ਇਸ ਕਰਕੇ ਅਸੀਂ ਹਰਿਆਣਾ ਪੈਟਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਹੋਈ ਹੈ।
ਮੈਡਮ ਕਿੰਨੀ ਕੁ ਸੰਖਿਆ ਹੈ ਪੰਜਾਬ ਦੇ ਵਿੱਚੋਂ ਆਸ਼ਾ ਵਰਕਰਾਂ ਦੀ ਤੇ ਹੁਣ ਜਿਹੜੇ ਧਰਨੇ ਦੇ ਵਿੱਚ ਮੌਜੂਦ ਨੇ ਕਿੰਨੀ ਕੁ ਸੰਖਿਆ ਦੇ ਵਿੱਚ ਆਏ ਨੇ ਇਹ? ਦੇਖੋ ਜੀ ਅੱਜ ਜਿਹੜੀ ਸੰਖਿਆ ਅਸੀਂ ਬਹੁਤ ਘੱਟ ਬੁਲਾਈ ਹੈ ਕਿਉਂਕਿ ਅਸੀਂ ਅੱਜ ਟ੍ਰਾਇਲ ਦਿਖਾਇਆ, ਫਿਲਮ ਦਿਖਾਉਣੀ ਹਜੇ ਬਾਕੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਆਸ਼ਾ ਵਰਕਰ ਪਲੱਸ ਫੈਸੀਲੇਟਰ 24000 ਜਿਹੜੇ ਵਰਕਰ ਨੇ ਤੇ ਜੇਕਰ ਆਉਣ ਵਾਲੇ ਕੱਲ ਦੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਸਾਡਾ ਜਿਹੜਾ ਫਿਕਸ ਮਾਣ ਭੱਤਾ ਉਹ ਲਾਗੂ ਨਾ ਕੀਤਾ ਤਾਂ ਇੱਥੇ ਜਿਹੜੀ ਫਿਲਮ ਹੈ ਆਸ਼ਾ ਵਰਕਰਾਂ ਦੀ ਉਹ ਦਿਖਾਈ ਜਾਊਗੀ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਕਿ ਆਸ਼ਾ ਵਰਕਰ ਤੇ ਫੈਸੀਲੇਟਰਾਂ ਉਹ ਪਰਿਵਾਰ ਨੇ, ਉਹ ਜਨਾਨੀਆਂ ਨੇ, ਉਹ ਔਰਤਾਂ ਨੇ ਜਿਨ੍ਹਾਂ ਦੇ ਨਾਲ ਸਿਰਫ ਤੇ ਸਿਰਫ ਸਰਕਾਰ ਲਗਾਤਾਰ ਸ਼ੋਸ਼ਣ ਹੈ ਜਿਹੜਾ ਉਹ ਕਰ ਰਹੀ ਹੈ। ਇਹ ਜਿਹੜਾ ਰੋਸ ਮਾਰਚ ਜਾਂ ਜਿਹੜਾ ਧਰਨਾ ਰੋਡ ਬਲੌਕ ਤੁਸੀਂ ਕੀਤਾ ਹੈ, ਇਸ ਤੋਂ ਤੁਹਾਡੇ ਨਾਲ ਕੋਈ ਸਰਕਾਰ ਦਾ ਨੁਮਾਇੰਦਾ ਗੱਲਬਾਤ ਕਰਨ ਲਈ ਆਇਆ ਜਾਂ ਕਿਸੇ ਤਰ੍ਹਾਂ ਦਾ ਆਸ਼ਵਾਸਨ ਜਿਹੜਾ ਸਰਕਾਰ ਦੇ ਵੱਲੋਂ ਫਿਲਹਾਲ ਦਿੱਤਾ ਗਿਆ ਹੈ? ਦੇਖੋ ਜੀ ਮੈਂ ਔਨ ਰਿਕਾਰਡ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿਉਂਕਿ ਜਦੋਂ ਤੋਂ ਅਸੀਂ ਸਟ੍ਰਾਈਕ ਤੇ ਆ ਸਰਕਾਰ ਦਾ ਦਮ ਘੁੱਟਿਆ ਪਿਆ ਤੇ ਸਰਕਾਰ ਨੇ ਸਾਡੇ ਨਾਲ ਕੱਲ ਦੀ ਡੇਟ ਤੱਕ 10 ਮੀਟਿੰਗਾਂ ਕਰ ਚੁੱਕੀ ਹੈ ਜਿਹੜੀਆਂ ਉੱਚ ਅਧਿਕਾਰੀਆਂ ਦੇ ਅਫਸਰਾਂ ਦੇ ਨਾਲ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਸਾਡੀ ਲਗਾਤਾਰ ਜਾਰੀ ਰਹੀ ਹੈ। ਇੱਥੇ ਤੱਕ ਕਿ ਸੀਐਮ ਸਾਹਿਬ ਨਾਲ ਵੀ ਹੋਈ ਹੈ, ਸੀਐਮ ਦੇ ਸਟਾਫ ਨਾਲ ਵੀ ਹੋਈ ਹੈ ਤੇ ਕੱਲ ਜਿਹੜੀ ਓਪੀ ਸੋਨੀ ਸਾਹਿਬ ਨੇ ਵੀ ਮੀਟਿੰਗ ਕੀਤੀ ਹੈ। ਜਿਹੜੀ ਕੱਲ ਵਾਲੀ ਮੀਟਿੰਗ ਤੋਂ ਪਿਛਲੀ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਜਿਹੜਾ ਰੁਖ ਪੋਜ਼ਿਟਿਵ ਰਿਹਾ, ਸਾਰਥਿਕ ਰਿਹਾ। ਸਾਨੂੰ ਹੁਸਨ ਲਾਲ ਜੀ ਨੇ ਇਹ ਗੱਲ ਕਹੀ ਕਿ ਭਾਵੇਂ ਐਜੀਟੇਸ਼ਨ ਜਾਰੀ ਰੱਖੋ ਪਰ ਤੁਹਾਡਾ ਫਿਕਸ ਮਾਣ ਭੱਤਾ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਉਹਨਾਂ ਨੇ ਬੜਾ ਹੀ ਭਾਵੁਕ ਹੋ ਕੇ ਤੇ ਬੜਾ ਹੀ ਤਰੀਕੇ ਦੇ ਨਾਲ ਸਾਨੂੰ ਇਹ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਜਿਹੜਾ ਆਸ਼ਾ ਵਰਕਰ ਤੇ ਫੈਸੀਲੇਟਰ ਹੈ ਉਹਨਾਂ ਨੂੰ ਫਿਕਸ ਮਾਣ ਭੱਤਾ ਕੀਤਾ ਜਾਊਗਾ। ਪਰ ਜਿਹੜੀ ਕੱਲ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਿੱਚ ਕੱਖ ਵੀ ਸਾਡਾ ਨਹੀਂ ਨਿਕਲਿਆ। ਇਸ ਕਰਕੇ ਸਾਨੂੰ ਉਮੀਦਾਂ ਨੇ ਜਿਹੜੀ ਕੱਲ ਨੂੰ ਮੀਟਿੰਗ ਹੈ ਉਹਦੇ ਵਿੱਚ ਜੇਕਰ ਸਾਡਾ ਫਿਕਸ ਮਾਣ ਭੱਤਾ ਤੇ ਲਾਗੂ ਨਾ ਹੋਇਆ ਤਾਂ ਅਸੀਂ ਜਿਹੜਾ ਨੋਟੀਫਿਕੇਸ਼ਨ ਨਾ ਜਾਰੀ ਹੋਇਆ ਕਿਉਂਕਿ ਕੋਡ ਲੱਗਣ ਦੀਆਂ ਬਰੂਹਾਂ ਤੇ ਹੈ। ਹੁਣ ਐਲਾਨ ਕਰਨਾ ਨਹੀਂ, ਹੁਣ ਤਾਂ ਸਿਰਫ ਤੇ ਸਿਰਫ ਅਸੀਂ ਨੋਟੀਫਿਕੇਸ਼ਨ ਚਾਹੁੰਦੇ ਆ ਤੇ ਸਾਡਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਜਾਵੇ। ਉੱਥੇ ਹੀ ਸਾਨੂੰ ਖਰੜ ਵਿਖੇ ਇੱਕ ਹੋਰ ਧਰਨਾ ਵੇਖਣ ਨੂੰ ਮਿਲਿਆ ਜੋ ਕਿ ਏਡਜ਼ ਕੰਟਰੋਲ ਯੂਨਿਟ ਐਸੋਸੀਏਸ਼ਨ ਦੇ ਵੱਲੋਂ ਲਗਵਾਇਆ ਗਿਆ ਸੀ। ਇਸ ਧਰਨੇ ਦੇ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਇਹ ਧਰਨਾ ਵੀ ਆਸ਼ਾ ਵਰਕਰਾਂ ਦੇ ਧਰਨੇ ਦੇ ਨਜ਼ਦੀਕ ਹੀ ਸਾਨੂੰ ਵੇਖਣ ਨੂੰ ਮਿਲਿਆ, ਯਾਨੀ ਕਿ ਖਰੜ ਦੇ ਵਿਖੇ ਸਾਨੂੰ 3 ਧਰਨੇ ਜਿਹੜੇ ਨੇ ਉਹ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਲਗਾਏ ਹੋਏ ਵੇਖੇ ਗਏ ਤੇ ਉੱਥੇ ਹੀ ਇਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਜਿਹੜੇ ਕਰਮਚਾਰੀ ਨੇ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਲਈ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਨੇ, ਇਹਨਾਂ ਨੇ ਸਰਕਾਰ ਤੋਂ ਰੈਗੂਲਰ ਕਰਨ ਦੀ ਮੰਗ ਕੀਤੀ ਹੈ। ਤੇ ਸਰ ਇੱਥੇ ਜਿਹੜੇ ਏਡਜ਼ ਕੰਟਰੋਲ ਯੂਨਿਟ ਦੇ ਜਿਹੜੇ ਲੋਕ ਨੇ ਕਿੰਨੇ ਕੁ ਜ਼ਿਆਦਾ ਇਹਨਾਂ ਦੀ ਕਿੰਨੀ ਕੁ ਸੰਖਿਆ ਹੈ ਤੇ ਕਿੰਨੇ ਕੁ ਜਿਹੜੇ ਲੋਕ ਨੇ ਅੱਜ ਇਸ ਰੈਲੀ ਦੇ ਵਿੱਚ ਮੌਜੂਦ ਨੇ? ਟੋਟਲ 750 EMPLOYEES ਨੇ, ਸਾਰੇ ਹੀ ਅੱਜ ਇੱਥੇ ਨੇ। ਕੁਝ EMPLOYEES ਇਸ ਟਾਈਮ ਸਿਵਲ ਹਸਪਤਾਲ ਦੇ ਵਿੱਚ ਬਿਠਾਏ ਹੋਏ ਨੇ। ਅਸੀਂ ਸਾਡਾ ਧਰਨਾ ਲਗਾਤਾਰ 31 ਦਿਨਾਂ ਤੋਂ ਇੱਥੇ ਖਰੜ ਵਿਖੇ ਚੱਲ ਰਿਹਾ ਜੀ। ਤੇ ਅੱਜ ਦੇ ਧਰਨੇ ਦਾ ਮੁੱਖ ਕਾਰਨ ਕੀ ਰਿਹਾ ਹੈ ਤੇ ਅੱਜ ਦਾ ਜਿਹੜਾ ਮੰਗਾਂ ਨੇ ਜਿਹੜੀਆਂ ਮੇਨ ਉਹ ਕੀ ਨੇ? ਸਾਡੀ ਇੱਕੋ ਇੱਕ ਮੰਗ ਹੈ ਕਿ ਸਰਕਾਰ ਦੇ ਜੋ ਕਾਨੂੰਨ ਬਣਾਇਆ ਹੈ ਉਹਦੇ ਵਿੱਚ ਹਰੇਕ ਕਰਮਚਾਰੀ ਨੂੰ ਰੈਗੂਲਰ ਕੀਤਾ ਜਾਏ। ਜਿਹੜੇ ਕਰਮਚਾਰੀ ਉਸ ਰੈਗੂਲਰ ਹੋਣ ਦੀ ਹੱਦ ਤੋਂ ਬਾਹਰ ਰਹਿ ਜਾਂਦੇ ਨੇ ਉਹਨਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਅਨੁਸਾਰ ਤਨਖਾਹ ਦਿੱਤੀ ਜਾਏ। ਅੱਜ ਦੇ ਧਰਨੇ ਦਾ ਮੁੱਖ ਕਾਰਨ ਕੀ ਰਿਹਾ ਹੈ ਤੇ ਇਸ ਨੂੰ ਰੋਡ ਜਿਹੜਾ ਜਾਮ ਕਰ ਦਿੱਤਾ ਗਿਆ, ਇਸ ਨੂੰ ਖੋਲ੍ਹਣ ਦੀਆਂ ਕੀ ਸ਼ਰਤਾਂ ਰੱਖੀਆਂ ਗਈਆਂ? ਸਰਕਾਰ ਵੱਲੋਂ ਲਗਾਤਾਰ ਜਿਹੜੀ ਟਾਲ ਮਟੋਲ ਦੀ ਨੀਤੀ ਤੇ ਚੱਲ ਰਹੀ ਹੈ ਸਰਕਾਰ, ਕਈ ਮੀਟਿੰਗਸ ਹੋ ਗਈਆਂ ਨੇ। ਅੱਜ ਨੋਟੀਫਿਕੇਸ਼ਨ ਕਰਾਂਗੇ, ਇਸ ਕੈਬਨਿਟ ਮੀਟਿੰਗ 'ਚ ਕਰਾਂਗੇ, ਬਟ ਕੱਲ ਵੀ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਕੱਚੇ ਕਾਮਿਆਂ ਦੇ ਹੱਕ 'ਚ ਨਹੀਂ ਜਾਰੀ ਕੀਤਾ ਗਿਆ। ਜਦ ਤੱਕ ਸਰਕਾਰ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਸਾਨੂੰ ਲਿਖਤ ਦੇ ਵਿੱਚ ਕੁਝ ਨਹੀਂ ਮਿਲਦਾ, ਸਾਡਾ ਸੰਘਰਸ਼ ਜਾਰੀ ਰਹੇਗਾ। ਜੇ ਅੱਜ ਸਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਜਾਂ ਉਪ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ ਉਹ ਮਿਲਦੀ ਹੈ, ਉਹਦੇ ਵਿੱਚ ਜੇ ਉਹ ਕਲੀਅਰ ਕਰਦੇ ਨੇ ਤਾਂ ਅਸੀਂ ਇਸ ਰੋਡ ਤੋਂ ਉੱਠਾਂਗੇ, ਅਦਰਵਾਈਜ਼ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਤੇ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਨੁਮਾਇੰਦੇ ਦੇ ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹੈ, ਕੋਈ ਆਸ਼ਵਾਸਨ ਦਿੱਤਾ ਗਿਆ? ਅੱਜ ਇੱਥੇ ਤਹਿਸੀਲਦਾਰ ਸਾਹਿਬ ਆਏ ਹੋਏ ਨੇ ਪਰ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਕਿ ਸਾਡੀ 5 ਵਾਰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਗਈ ਹੈ ਪਰ ਉਹ ਮੀਟਿੰਗ ਨਹੀਂ, ਇੱਕ ਤਰ੍ਹਾਂ ਦੀ ਦਿਖਾਈ ਦੇਣਾ ਹੀ ਹੁੰਦਾ, ਮੰਗ ਪੱਤਰ ਫੜ ਕੇ ਲੈ ਜਾਂਦੇ ਨੇ। ਇੰਨੇ ਦਿਨ 31 ਦਿਨ ਬੈਠਣ ਦੇ ਬਾਵਜੂਦ ਜੇ ਸਾਡਾ ਇੱਕ ਵੀ ਨੁਮਾਇੰਦਾ ਸਰਕਾਰ ਦਾ ਸਾਡੇ ਤੱਕ ਪਹੁੰਚ ਕਰਦਾ, ਜੇ ਸਾਨੂੰ ਉਹ ਇੱਕ ਆਸ਼ਵਾਸਨ ਹੀ ਦੇ ਦਿੰਦਾ ਕਿ ਤੁਹਾਡਾ ਕੰਮ ਹੋ ਰਿਹਾ, ਜੇ ਸਰਕਾਰ ਦੀ ਨੀਤ ਸਾਫ਼ ਹੁੰਦੀ ਤਾਂ ਉਹ ਇਸ ਤਰ੍ਹਾਂ ਦਾ ਆਸ਼ਵਾਸਨ ਦਿੰਦਾ ਤੇ ਅਸੀਂ ਵੀ ਆਪਣਾ ਘਰਾਂ ਨੂੰ ਜਾਂਦੇ ਤੇ ਅਸੀਂ ਲੋਕਾਂ ਨੂੰ ਪਰੇਸ਼ਾਨ ਨਾ ਕਰਦੇ। ਇਸੇ ਤਰ੍ਹਾਂ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਪਰੇਸ਼ਾਨ ਕਰਨ ਦਾ ਸਬੱਬ ਆ ਜਿਹੜਾ ਉਹ ਪੰਜਾਬ ਸਰਕਾਰ ਕਰ ਰਹੀ ਹੈ। ਉੱਥੇ ਹੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਇੱਕ ਹੋਰ ਧਰਨਾ ਸਾਨੂੰ ਵੇਖਣ ਨੂੰ ਮਿਲਿਆ ਜੋ ਕਿ ਮੋਹਾਲੀ ਵਿਖੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਨਜ਼ਦੀਕ HT ਸਿੱਧੀ ਭਰਤੀ ਅਧਿਆਪਕ ਯੂਨੀਅਨ ਦੇ ਵੱਲੋਂ ਲਗਾਇਆ ਗਿਆ, ਜਿਨ੍ਹਾਂ ਮੰਗ ਕੀਤੀ ਹੈ ਕਿ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ 2 ਸਾਲ ਕਰ ਦਿੱਤਾ ਜਾਵੇ ਤੇ ਉੱਥੇ ਹੀ ਉਹਨਾਂ ਦੀ ਬੇਸਿਕ ਪੇ ਦੇ ਨਾਲ ਉਹਨਾਂ ਨੂੰ 6ਵੀਂ ਪੇ ਕਮਿਸ਼ਨ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਣ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਤੁਹਾਡਾ?
ਮੇਰਾ ਨਾਮ ਜਸਵੀਰ ਸਿੰਘ ਮੋਗਾ ਜੀ, HTCHT ਦੇ ਆਪਕੇ ਪੰਜਾਬ ਤੋਂ ਜੀ। ਸਿੱਧੀ ਭਰਤੀ ਰਾਹੀਂ ਜੋ ਅਸੀਂ ਰਿਕਰੂਟਮੈਂਟ ਹੋਈ ਹੈ ਸਾਡੀ 2019 ਦੇ ਵਿੱਚ, ਉਹਦੇ ਤਹਿਤ ਅਸੀਂ ਜਿਹੜੀ ਆਪਣੀ ਜਥੇਬੰਦੀ ਬਣਾਈ ਹੋਈ ਹੈ, ਤਾਂ ਉਹਦੇ ਸੰਬੰਧ 'ਚ ਜਿਹੜਾ 13 ਤਰੀਕ ਨੂੰ ਲੈਟਰ ਜਾਰੀ ਹੋਇਆ, ਉਹਦੇ ਸੰਬੰਧ 'ਚ ਅੱਜ ਅਸੀਂ ਇਕੱਠੇ ਹੋਏ ਹਾਂ ਜੀ। ਤੇ ਇੱਥੇ ਜਿਹੜੇ ਅਧਿਆਪਕ ਨੇ ਕਿੱਥੋਂ ਕਿੱਥੋਂ ਆਏ ਨੇ ਤੇ ਕਿੰਨੀ ਕੁ ਸੰਖਿਆ, ਤੁਹਾਡੀ ਕੀ ਮੁੱਖ ਮੰਗਾਂ ਨੇ? ਅੱਜ ਜਿਹੜੇ ਅਧਿਆਪਕ ਇਕੱਠੇ ਆਏ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਕੁਝ ਸਾਥੀ ਬੁਲਾਏ ਹੋਏ ਸੀਗੇ ਤਾਂ ਕਿ ਅਸੀਂ ਆਪਣਾ ਰੋਸ ਜਿਹੜਾ ਜ਼ਾਹਰ ਕਰ ਸਕੀਏ। ਸਾਡੇ ਲਗਭਗ 1000 ਦੇ ਕਰੀਬ ਸਾਥੀ ਜਿਹੜੇ ਡਾਇਰੈਕਟ ਭਰਤੀ ਹੋਏ ਆ। ਟੋਟਲ ਭਰਤੀ ਜਿਹੜੀ ਸਾਡੀ 1500 ਦੇ ਕਰੀਬ ਹੋਈ ਹੈ, ਔਰ ਉਹਦੇ ਵਿੱਚੋਂ ਅਸੀਂ 1000 ਸਾਥੀ ਉਹ ਹੈਗੇ ਜਿਹੜੇ ਅਸੀਂ 9703 ਰੁਪਏ ਲੈ ਰਹੇ ਹਾਂ, ਅਸੀਂ ਬੇਸਿਕ ਪੇ ਦੇ ਉੱਪਰ ਲੱਗੇ ਹੋਏ ਹਾਂ। ਅਸੀਂ ਜਿਹੜਾ ਇਸ ਅੱਜ ਇਕੱਠ ਕਰਨ ਦਾ ਸਾਡਾ ਮੇਨ ਮਕਸਦ ਇਹ ਹੈਗਾ ਕਿ ਜਿਹੜਾ ਸਰਕਾਰ ਨੇ 2-3 ਦਿਨ ਪਹਿਲਾਂ ਲੈਟਰ ਜਾਰੀ ਕੀਤਾ ਕਿ ਜਿਹੜੇ ਅੰਡਰ ਪ੍ਰੋਬੇਸ਼ਨ ਕੰਮ ਕਰ ਰਹੇ ਆ ਅਧਿਆਪਕ ਜਾਂ ਕਿਸੇ ਵੀ ਆਪਣੇ ਹੋਰ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਤੇ ਇੱਕ ਗਾਜ ਡੇਗੀ ਆ, ਸਾਡੇ ਇੱਕ ਤਲਵਾਰ ਚਲਾਈ ਆ ਸਾਡੇ ਹੱਕਾਂ ਦੇ ਉੱਪਰ ਕਿ ਉਹਨਾਂ ਦਾ ਜਿਹੜਾ ਅੰਡਰ ਪ੍ਰੋਬੇਸ਼ਨ ਕੰਮ ਕਰਦੇ ਉਹਨਾਂ ਨੂੰ ਬੇਸਿਕ ਪੇ ਜਿਹੜੀ ਹੈਗੀ ਆ, ਉਹ ਜਿਹੜੇ ਪਹਿਲਾਂ ਕੰਮ ਕਰਦੇ ਸੀਗੇ 10,300 ਦੇ ਉੱਪਰ, ਉਹੀ ਅਗਲੇ ਸਾਲ ਜਿੰਨਾ ਟਾਈਮ ਉਹ ਪ੍ਰੋਬੇਸ਼ਨ ਕਲੀਅਰ ਨਹੀਂ ਕਰਦੇ ਉਹਨਾਂ ਟਾਈਮ ਉਹੀ ਆਪਣੀ ਪੇ ਦਿੱਤੀ ਜਾਊਗੀ। ਜਦ ਕਿ ਨਵਾਂ ਜਿਹੜਾ 6ਵਾਂ ਪੇ ਕਮਿਸ਼ਨ ਲਾਗੂ ਕਰ ਰਿਹਾ, ਉਹਦੇ ਹਿਸਾਬ ਨਾਲ ਬੇਸਿਕ ਪੇ ਜਿਹੜੀ ਹੈਗੀ ਆ 23,187 ਰੁਪਏ ਬਣਦੀ ਹੈ, ਔਰ ਜਿਹੜੀ ਸਾਨੂੰ ਆਪਣੇ ਅਕਾਊਂਟ ਦੇ ਵਿੱਚ ਪੇ ਆਣੀ ਆ 20,837 ਰੁਪਏ ਮਿਲਣੇ ਹੈਗੇ ਆ। ਪਰ ਸਰਕਾਰ ਨੇ ਇੱਕ ਲੈਟਰ ਜਾਰੀ ਕਰਕੇ ਰਾਤੋਂ ਰਾਤ ਜਿਹੜਾ ਲੈਟਰ ਜਾਰੀ ਕੀਤਾ ਹੈ, ਕੈਬਨਿਟ ਦੇ ਵਿੱਚ ਪਾਸ ਕੀਤਾ ਹੋਇਆ ਮਤਾ ਹੈ, ਪਰ ਇੱਕ ਰਾਤੋਂ ਰਾਤ ਫੈਸਲਾ ਕਰ ਦਿੱਤਾ ਕਿ ਜਿਹੜੇ ਅੰਡਰ ਪ੍ਰੋਬੇਸ਼ਨ ਕੰਮ ਕਰ ਰਹੇ ਆ ਕੋਈ ਕਿਸੇ ਵੀ ਡਿਪਾਰਟਮੈਂਟ ਵਿੱਚ ਹੈਗੇ ਆ, ਉਹਨਾਂ ਨੂੰ ਜਿਹੜੀ ਬੇਸਿਕ ਪੇ ਜਿਹੜੀ ਪਹਿਲਾਂ ਲੈ ਰਹੇ ਸੀਗੇ ਸਿਰਫ ਉਹੀ ਦਿੱਤੀ ਜਾਊਗੀ। ਇਸ ਗੱਲ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਇੱਥੇ ਪੂਰੇ ਪੰਜਾਬ ਦੇ ਵਿੱਚ ਸਾਥੀ ਇਕੱਤਰ ਹੋਏ ਆ, ਔਰ ਅੱਜ ਅਸੀਂ ਇਹ ਮੰਗ ਲੈ ਕੇ ਜਾ ਰਹੇ ਹਾਂ। ਅਸੀਂ ਇਸ ਤੋਂ ਬਾਅਦ ਰਸਤਾ ਵੀ ਜਾਮ ਕਰਾਂਗੇ, ਜੇਕਰ ਸਾਡੀ ਕੋਈ ਗੱਲ ਸੁਣ ਨਹੀਂ ਆਉਂਦਾ ਤਾਂ ਅਸੀਂ ਆਪਣਾ ਜਿਹੜਾ ਇੱਥੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਅਸੀਂ ਅਗਲਾ ਜਿਹੜਾ ਸੰਘਰਸ਼ ਉਹ ਵੀ ਐਲਾਨ ਕਰਕੇ ਜਾਵਾਂਗੇ। ਜਿਵੇਂ ਕਿ ਤੁਹਾਡਾ ਕਹਿਣਾ ਹੈ ਕਿ ਤੁਹਾਡੀ ਤਨਖਾਹ ਦੇ ਵਿੱਚ ਲਗਭਗ ਇਸ ਦੇ ਨਾਲ ਅੱਧੋ-ਅੱਧੀ ਦਾ ਫਰਕ ਜਿਹੜਾ ਹੈ ਉਹ ਪੈ ਗਿਆ ਹੈ, ਤੇ ਜੇਕਰ ਹੁਣ ਗੱਲ ਕੀਤੀ ਜਾਵੇ ਇਹਨਾਂ ਯੂਨੀਅਨ ਦੇ ਅੰਦਰ ਜਿਹੜੇ HTCHT ਸਿੱਧੀ ਭਰਤੀ ਯੂਨੀਅਨ, ਕਿੰਨੇ ਕੁ ਅਧਿਆਪਕਾਂ ਦੀ ਸੰਖਿਆ ਹੈ ਜਿਹੜੇ ਇਸ ਦੇ ਵਿੱਚ ਆਉਂਦੇ ਨੇ ਤੇ ਕਿੰਨੇ ਕੁ ਟਾਈਮ ਇਹਨਾਂ ਨੂੰ ਹੋ ਚੁੱਕਿਆ ਹੈ? ਪ੍ਰੋਬੇਸ਼ਨ ਪੀਰੀਅਡ ਕਿੰਨੇ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਰਹਿੰਦਾ ਇਹਦੇ ਵਿੱਚ? ਪ੍ਰੋਬੇਸ਼ਨ ਜਿਹੜਾ ਸਾਡਾ ਹੈਗਾ ਜੀ 3 ਸਾਲ ਦਾ ਰੱਖਿਆ ਗਿਆ, ਜਦ ਕਿ ਸਾਡੀ ਇਹ ਵੀ ਇੱਕ ਡਿਮਾਂਡ ਹੈਗੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਆਪਣੇ SSA ਦੇ ਅੰਡਰ ਟੀਚਰ ਭਰਤੀ ਕੀਤੇ ਗਏ ਸੀ ਉਹਨਾਂ ਦਾ ਪ੍ਰੋਬੇਸ਼ਨ 3 ਸਾਲ ਤੋਂ 2 ਸਾਲ ਕੀਤਾ ਗਿਆ ਸੀਗਾ। ਸਾਡੀ ਇਹ ਵੀ ਮੰਗ ਹੈਗੀ ਆ ਕਿ ਅਸੀਂ ਪਿਛਲੇ 10-10 ਸਾਲਾਂ ਤੋਂ 12-12 ਸਾਲਾਂ ਤੋਂ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਸੀਗੇ, ਔਰ ਸਾਡੀ ਜਦੋਂ ਭਰਤੀ ਹੋਈ ਹੈ, ਭਰਤੀ ਹੋਣ ਤੋਂ ਬਾਅਦ ਅਸੀਂ ਰਿਕਰੂਟ ਹੋਏ ਹਾਂ 2019 ਦੇ ਵਿੱਚ, ਤਾਂ ਸਾਡਾ ਜਿਹੜਾ ਪ੍ਰੋਬੇਸ਼ਨ ਇਹਨਾਂ ਨੇ 3 ਸਾਲ ਦਾ ਰੱਖਿਆ ਹੋਇਆ ਹੈ। ਸਾਡੀ ਇਹ ਵੀ ਡਿਮਾਂਡ ਹੈਗੀ ਕਿ ਸਾਡੇ ਇਹ ਜਿਹੜਾ ਪ੍ਰੋਬੇਸ਼ਨ ਹੈਗਾ 2 ਸਾਲ ਦਾ ਕੀਤਾ ਜਾਵੇ, ਜਦ ਕਿ ਹਜੇ ਇਹ ਕਹਿ ਰਹੇ ਕਿ 1 ਸਾਲ ਤੁਸੀਂ ਹੋਰ ਪ੍ਰੋਬੇਸ਼ਨ ਤੇ 10,300 ਬੇਸਿਕ ਪੇ ਤੇ ਲਾਓ, ਉਸ ਤੋਂ ਬਾਅਦ ਤੁਹਾਡਾ ਜਿਹੜਾ 6ਵਾਂ ਪੇ ਕਮਿਸ਼ਨ ਜਿਹੜਾ ਉਸ ਤੋਂ ਬਾਅਦ ਲਾਗੂ ਹੋਊਗਾ। ਇਸ ਗੱਲ ਦੇ ਅੱਜ ਵਿਰੋਧ ਦੇ ਵਿੱਚ ਅਸੀਂ ਇੱਥੇ ਇਕੱਤਰ ਹੋਏ ਹਾਂ ਜੀ ਸਾਰੇ। ਤੇ ਕੀ ਲੱਗਦਾ ਹੈ ਵੀ ਸਰਕਾਰ ਤੁਹਾਡੀ ਗੱਲ ਸੁਣ ਲੇਗੀ? ਕਿਉਂਕਿ ਜਿਹੜਾ ਅੱਜ ਦਾ ਮਾਹੌਲ ਹੈ, ਅੱਜ ਜਿਵੇਂ ਕਿ PRTC ਔਰ ਪਨ ਬੱਸ ਵਾਲਿਆਂ ਵੱਲੋਂ ਵੀ ਧਰਨਾ ਲਗਾਇਆ ਗਿਆ, ਹੈਲਥ ਕੇਅਰ ਦੇ ਵਰਕਰ ਵੀ ਹੈਗੇ ਜਿਹੜੇ ਉਹ ਵੀ ਧਰਨੇ ਤੇ ਨੇ, ਤੇ ਤੁਹਾਨੂੰ ਕੀ ਲੱਗਦਾ ਹੈ ਵੀ ਤੁਹਾਡੀ ਇੱਥੇ ਬੈਠਣ ਦੇ ਨਾਲ ਸਰਕਾਰ ਗੱਲਬਾਤ ਸੁਣੇਗੀ ਜਾਂ ਫਿਰ ਹਾਲੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਦੇਖੋ, ਇੱਥੇ ਬੈਠਣ ਨਾਲ ਕੋਈ ਮਸਲੇ ਨਹੀਂ ਹੱਲ ਹੋ ਰਹੇ, ਸਿਰਫ ਅਸੀਂ ਅੱਜ ਮੀਟਿੰਗ ਕਰਨ ਤੋਂ ਬਾਅਦ ਅਸੀਂ ਰੋਸ ਮਾਰਚ ਵੀ ਕਰਨ ਜਾ ਰਹੇ ਹਾਂ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈਗੀ ਉਹ ਪੰਜਾਬ ਸਰਕਾਰ ਤੱਕ ਪਹੁੰਚ ਜਾਵੇ। ਸਾਡੀ ਜਿਹੜੇ ਪੰਜਾਬ ਸਰਕਾਰ ਜਿਹੜੀ ਚੁੱਪ ਕਰਕੇ ਆਪਣੇ ਅੰਦਰੋਂ ਫੈਸਲੇ ਕਰਕੇ ਸਾਡੇ ਤੇ ਥੋਪ ਰਹੇ ਆ, ਸਾਡੇ ਹੱਕਾਂ ਤੇ ਡਾਕਾ ਮਾਰ ਰਹੇ ਆ, ਉਹਨਾਂ ਨੂੰ ਅਸੀਂ ਜਗਾਉਣ ਵਾਸਤੇ ਅੱਜ ਆਏ ਆ। ਇਹ ਕੋਈ ਅੱਜ ਦਾ ਸਾਡਾ ਇਕੱਠ ਹੈਗਾ, ਇਹ ਅੱਜ ਇੱਥੇ ਹੀ ਸੀਮਿਤ ਨਹੀਂ ਹੋਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੱਡੇ ਇਕੱਠ ਦੇ ਵਿੱਚ ਪੰਜਾਬ ਸਰਕਾਰ ਦੇ ਇੱਟ ਨਾਲ ਇੱਟ ਖੜਕਾਉਣ ਜਾ ਰਹੇ ਹਾਂ। ਅੱਜ ਤਾਂ ਸਿਰਫ ਅਸੀਂ ਚੇਤਾਵਨੀ ਦੇ ਰੂਪ ਦੇ ਵਿੱਚ ਆਏ ਹਾਂ ਕਿ ਅਸੀਂ ਇੰਨੇ ਇਕੱਠੇ ਹੋ ਕੇ ਅਸੀਂ ਤੁਹਾਨੂੰ ਦੱਸਣ ਆਏ ਹਾਂ ਕਿ ਸਾਡੀ ਇਹ ਡਿਮਾਂਡ ਹੈਗੀ। ਸਾਡੀ ਇਹ ਡਿਮਾਂਡ 1-2 ਦਿਨਾਂ ਦੇ ਵਿੱਚ ਜਿਹੜਾ ਲੈਟਰ ਵਾਪਸ ਲੈ ਕੇ ਆਪਣਾ ਜਿਹੜਾ ਜਾਰੀ ਕੀਤਾ ਹੈ, ਸਾਡੇ ਜਿਹੜੇ ਤਲਵਾਰ ਚਲਾਈ ਆ ਸਾਡੇ ਹੱਕਾਂ ਤੇ, ਉਹਨੂੰ ਵਾਪਸ ਲੈ ਕੇ ਸਾਡਾ ਜਿਹੜਾ ਬਣਦਾ ਹੱਕ ਦਿੱਤਾ ਜਾਵੇ। ਜੇਕਰ ਨਹੀਂ ਸਰਕਾਰ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਰੂਪ ਜਿਹੜਾ ਹੈਗਾ ਸੰਘਰਸ਼ ਦਾ ਲੈ ਕੇ ਜਾ ਰਹੇ ਹਾਂ ਅਸੀਂ। ਸਤਿ ਸ਼੍ਰੀ ਅਕਾਲ ਭੈਣੇ, ਕਿੱਥੋਂ ਆਏ ਹੋ ਤੁਸੀਂ? ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੰਦੀਪ ਕੌਰ, ਮੈਂ ਲੁਧਿਆਣੇ ਜ਼ਿਲ੍ਹੇ ਤੋਂ ਹਾਂ। HTCHT ਸਿੱਧੀ ਭਰਤੀ ਯੂਨੀਅਨ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ। ਅੱਜ ਜਿਹੜੇ ਸਰਕਾਰ ਨੇ ਸਾਡੇ ਤੇ ਮਾਰੂ ਕਾਨੂੰਨ ਲਾਗੂ ਕੀਤੇ ਆ, ਉਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਅਸੀਂ ਇੱਥੇ ਸਾਰੇ ਟੀਚਰ ਸਾਹਿਬਾਨ ਇਕੱਠੇ ਹੋਏ ਹਾਂ ਜੀ। ਤੁਸੀਂ ਇੰਨੀ ਦੂਰੋਂ ਲੁਧਿਆਣਾ ਤੋਂ ਤੁਸੀਂ ਇੱਥੇ ਆਏ ਹੋ, ਜੇਕਰ ਅੱਜ ਸੁਣਵਾਈ ਨਹੀਂ ਹੁੰਦੀ ਹੈ ਤਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਸੰਘਰਸ਼ ਕਿੱਡਾ ਕੁ ਲੰਬਾ ਚੱਲੇਗਾ ਤੇ ਕੀ ਤੁਹਾਡੀ ਜਿਹੜੀ ਤਿਆਰੀ ਹੈ ਇਸ ਦੇ? ਹਾਂਜੀ, ਜਿੱਦਾਂ ਕਿ ਆਮ ਹੀ ਕਿਹਾ ਜਾਂਦਾ ਹੈ ਕਿ ਦੇਖੋ ਜਿਹੜੀ ਜਿੱਤ ਹੈਗੀ ਹੈ ਉਹ ਲੜਦੇ ਲੋਕਾਂ ਦੀ ਹੈ, ਤਾਂ ਅਸੀਂ ਆਖਰੀ ਦਮ ਤੱਕ ਲੜਾਂਗੇ। ਔਰ ਸਾਨੂੰ ਪੂਰੀ ਉਮੀਦ ਹੈ ਕਿ ਜੋ ਵੀ ਸਾਡੇ ਪ੍ਰਧਾਨ ਸਾਹਿਬਾਨ ਸਾਡੇ ਲਈ ਜੋ ਵੀ ਅੱਗੇ ਜਿਹੜੀਆਂ ਨੀਤੀਆਂ ਹਨ ਉਹ ਲਿਖਣਗੇ, ਅਸੀਂ ਉਹਨਾਂ ਨੀਤੀਆਂ ਤੇ ਚੱਲਾਂਗੇ ਔਰ ਉਹਨਾਂ ਨੀਤੀਆਂ ਤੇ ਚੱਲਦੇ ਹੋਏ ਅਸੀਂ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ।
ਸੋ ਕੁੱਲ ਮਿਲਾ ਕੇ ਅੱਜ ਦੇ ਪੂਰੇ ਦਿਨ ਵਿੱਚ ਸਾਨੂੰ ਕਈ ਧਰਨੇ ਪ੍ਰਦਰਸ਼ਨ ਵੇਖਣ ਨੂੰ ਮਿਲੇ, ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਯੂਨੀਅਨਾਂ ਵੱਲੋਂ, ਜਥੇਬੰਦੀਆਂ ਦੇ ਵੱਲੋਂ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ-ਜਿਵੇਂ ਚੋਣ ਜ਼ਾਬਤਾ ਲੱਗਣ ਦੀ ਤਾਰੀਖ ਨਜ਼ਦੀਕ ਆ ਰਹੀ ਹੈ, ਉਵੇਂ ਹੀ ਸੰਘਰਸ਼ ਤੇ ਧਰਨੇ ਵੀ ਤਿੱਖੇ ਕੀਤੇ ਜਾ ਰਹੇ ਨੇ ਤਾਂ ਜੋ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਮੰਨ ਲਵੇ। ਸੋ ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਸਿਮਰਨ ਹੰਸ ਨੂੰ ਦਿਓ ਇਜਾਜ਼ਤ। ਬਾਕੀ ਖਬਰਾਂ ਦੇ ਲਈ ਜੁੜੇ ਰਹੋ PBC ਨਿਊਜ਼ ਦੇ ਨਾਲ। ਧੰਨਵਾਦ।